सियासत कहाँ तक पहुँच गई? 2 साल हो गए मौजूदा हुकूमत के, इससे पहले नून लीग डिक्टेटरशिप भी आई, तो कहाँ पर आप पाकिस्तान को इस वक्त देखते हैं? 1947 के बाद पाकिस्तान यूँ लगता है जैसे अभी तख्लीक हुआ हो। ये वैसे का वैसा ही है। इसके बारे में एक सवाल हुआ था फैज़ अहमद फैज़ पर कि क्या पाकिस्तान चलेगा, तो उन्होंने ये बात कही थी कि मुझे ये डर है ये कहीं ऐसे न चलता रहे। अच्छा। ये 1954 की बात है। 1954 में जो आज हो रहा है ये उस वक्त भी हो रहा था। इसीलिए उन्होंने उस ज़माने में ये बात कही थी कि ये दाग दाग उजाला ये शब गुज़ीदा सहर। उसे थोड़ी सी अकल थी, ज़्यादा थी, उसने देखकर उसी वक्त स्मेल कर लिया था यहाँ मुश्किल है अहले सियासत का ज़िंदा रहना। सो ये उसी तरह चलता आ रहा है। अच्छा। इसके बारे में मुनीर नियाज़ी ने कहा कि मुनीर इस मुल्क पे आसेब का साया है या कुछ और, कि हरकत तेज़ तर है सफ़र आहिस्ता आहिस्ता। सही, बिल्कुल सही। फिर इसी बात को कतील शफाई ने यूँ कहा, बंद है ज़िंदगी जबर के खौल में, क्या जिए हम कतील ऐसे माहौल में, जिस कदर चोर थे उनको दौलत मिली, जितने कम ज़र्फ़ थे मोतबर हो गए। फिर इसी बात को उस्ताद दामन ने कहा, चैन आ गया है ना हनेरिया नूं, ਜਦੋਂ ਕੱਖ ਨਾ ਰਿਹਾ ਮੇਰੇ ਆਲਣੇ ਦਾ। ਫਿਰ ਇਸੇ ਗੱਲ ਨੂੰ ਜ਼ੋਰ ਸੈਨ ਜ਼ੋਰ ਨੇ ਕਿਹਾ ਕਿ ਐਡੀ ਕੂੜੀ ਟਾਹਲੀ ਏ ਤੇ ਟਾਵੀਂ ਟਾਵੀਂ ਛਾਂ ਹੈ, ਜੇ ਇਹਦਾ ਨਾ ਛਤਰੀ ਹੈ ਤੇ ਛਾਨਣੀ ਕਿਹਦਾ ਨਾ। ਕੀ ਬਾਤ, ਸਹੀ ਬਾਤ ਹੈ। ਸੋ ਇਹ ਜੋ ਕੁਛ ਮੈਂ ਅਰਜ਼ ਕੀਤਾ ਹੈ ਇਹਦੇ ਵਿੱਚੋਂ ਤੁਸੀਂ ਅਖਜ਼ ਕਰੋ ਕਿ ਕਿਆ ਇਸ ਮੁਲਕ ਵਿੱਚ ਸਿਆਸਤ ਹੋ ਰਹੀ ਹੈ ਜਾਂ ਸਿਆਸਤ ਦੇ ਨਾਮ 'ਤੇ ਜ਼ਾਤੀ ਦੁਸ਼ਮਣੀ ਹੋ ਰਹੀ ਹੈ। ਪਾਕਿਸਤਾਨ 'ਚ ਸਿਰਫ ਇੱਕੋ ਐਸਾ ਆਦਮੀ ਹੈ, ਮੈਂ ਉਹਦੀ ਪਾਰਟੀ ਦਾ ਨਹੀਂ, ਮੇਰਾ ਆਵਾਮੀ ਵਰਕਰਸ ਪਾਰਟੀ ਦੇ ਨਾਲ ਤਵੱਲਕ ਹੈ। ਲੇਕਿਨ ਜਿਸਲੇ ਵਕਲਾ ਦੀ ਹੜਤਾਲ ਹੋਈ ਹੈ ਤੇ ਲੋਕ ਜਾ ਰਹੇ ਸੀ ਤੇ ਜ਼ਰਦਾਰੀ ਸਾਹਿਬ ਨੇ ਉਸੇ ਵਕਤ ਜੱਜ ਸਾਹਿਬ ਨੂੰ ਬਹਾਲ ਕਰਾ ਦਿੱਤਾ। ਹਜ਼ਾਰਾਂ ਔਰਤਾਂ ਨੂੰ, ਸੈਂਕੜਾਂ ਬੱਚਿਆਂ ਨੂੰ ਯਤੀਮ ਹੋਣ ਤੋਂ, ਬੇਵਾ ਹੋਣ ਤੋਂ ਬਚਾ ਲਿਆ। ਸਹੀ। ਜਿਸਲੇ ਉਹਨਾਂ ਨੇ ਕਿਹਾ ਸੀ ਪਾਕਿਸਤਾਨ ਖੱਪੇ। ਇਸ ਮੁਲਕ 'ਚ ਵਾਹਦ ਸਿਆਸਤਦਾਨ ਹੈ। ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਉਹਨਾਂ ਨੇ ਜੋ ਕੁਛ ਕੀਤਾ ਹੈ ਮੈਂ ਤੁਹਾਨੂੰ ਦੱਸਾਂ। ਮੇਰਾ ਉਸ ਪਾਰਟੀ ਨਾਲ ਕੋਈ ਵਾਸਤਾ ਨਹੀਂ ਕਿ ਜਿਸਲੇ ਬੇਨਜ਼ੀਰ ਸ਼ਹੀਦ ਹੋਈ ਹੈ ਤਾਂ ਉਸੇ ਸ਼ਾਮ ਨੂੰ 11 ਰੇਲਵੇ ਸਟੇਸ਼ਨ ਛੜੇ, 13 ਔਰਤਾਂ ਅਗਵਾ ਹੋਈਆਂ, 3 ਅਰਬ ਰੁਪਏ ਦਾ ਨੁਕਸਾਨ ਹੋਇਆ। ਅਗਰ ਉਹ ਚਾਹੁੰਦਾ ਤਾਂ ਇੱਕ ਐਸੀ ਲੜਾਈ ਛੇੜ ਸਕਦਾ ਸੀ ਜਿਹੜੀ ਮੁੱਕਣੀ ਨਹੀਂ ਸੀ ਇਹਨਾਂ ਕੋਲ। लेकिन उन्होंने फिर क्या पाकिस्तान खपे, मैं पाकिस्तान की सलामती चाहता हूँ। सो सियासत करो मुअद्दल रवैये दे नाल, एक दूसरे नूं बर्दाश्त करो। तुसीं सियासत तो सीखना है तो 11 अगस्त की जिहड़ी तकरीर है कैद आज़म साहब की उन्होंने पेश नज़र रखो कि जिथे उन्होंने बात फरमाई सी कि इस मुल्क दे विच कोई शख्स मोतबर नहीं, कोई हालीजा नहीं, ये सब दा है। ਜਿਨ੍ਹਾਂ ਨੇ ਇਸ ਮੁਲਕ ਵਾਸਤੇ ਵੋਟ ਦਿੱਤਾ ਸੀ, ਜਿਨ੍ਹਾਂ ਨੇ ਇਹਨੂੰ ਨਹੀਂ ਸੀ ਕਬੂਲ ਕੀਤਾ, ਉਹ ਵੀ ਇੱਥੇ ਆ ਗਏ ਆ। ਉਹ ਖੁਸ਼ੀ ਨਾਲ ਰਹਿਣ, ਮੈਨੂੰ ਉਹਨਾਂ ਨਾਲ ਕੋਈ ਰੱਦੋ ਕਦ ਨਹੀਂ, ਕੋਈ ਮੇਰੀ ਦੁਸ਼ਮਣੀ ਨਹੀਂ। ਇਤਨਾ ਆਲਾ ਆਦਮੀ ਸੀ ਉਹਨੇ। ਔਰ ਉਹਦੇ ਹੁੰਦਿਆਂ ਜੋਗਿੰਦਰ ਨਾਥ ਮੰਡਲ ਵਜ਼ੀਰ ਕਾਨੂੰਨ ਬਣਿਆ, ਜਿਹੜਾ ਮਸ਼ਰਕੀ ਪਾਕਿਸਤਾਨ ਦਾ ਚੌਥੇ ਦਰਜੇ ਦਾ ਹਿੰਦੂ ਸੀ। ਇਸ ਮੁਲਕ 'ਚ ਵਜ਼ੀਰ ਖਾਰਜਾ ਜ਼ਫਰੁੱਲਾ ਖਾਨ ਬਣਿਆ, ਜਿਹੜਾ ਅਹਿਮਦੀ ਸੀ। कैद आज़म ने बात ये फरमाई सी कि साड़ा सैकुलर रवैया है कि असी किसी नाल कोई दुश्मनी नहीं रखते, कोई फ़िरका वारीयत नहीं, कोई ईसाई नहीं, कोई मुसलमान नहीं। सब जड़े ने अपने अपने अकीदे के मुताबिक मंदिर जान, मस्जिद जान, चर्च जान,
ਇਹ ਗੁਰਦੁਆਰੇ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਇਹ ਮਜ਼ਹਬੀ ਹਵਾਲੇ ਨਾਲ ਹੈ। ਲੇਕਿਨ ਇਹ ਵੈਸੇ ਤੇ ਹਰ ਆਦਮੀ ਜਿਹੜਾ ਹੈ ਉਹ ਕਿਸੇ ਨਾ ਕਿਸੇ ਅਕੀਦੇ ਨਾਲ ਵਾਬਸਤਾ ਹੈ, ਬਾਈ ਬਰਥ ਹੀ ਹੈ। ਤਾਂ ਸੋ ਕਾਇਦੇ ਆਜ਼ਮ ਦੀ ਜਿਹੜੀ ਤਕਰੀਰ ਸੀ ਉਹ ਇਹਨਾਂ ਨੇ ਕਿਧਰੇ ਛੁਪਾ ਦਿੱਤੀ, ਉਹਦਾ ਪਤਾ ਵੀ ਨਾ ਲੱਗ ਸਕਿਆ। ਤੇ ਸੋ ਕਾਇਦੇ ਆਜ਼ਮ ਦੀ ਉਸ ਤਕਰੀਰ ਨੂੰ ਇਹ ਪੇਸ਼ ਨਜ਼ਰ ਰੱਖਣ, ਸੈਕੂਲਰ ਰਵੱਈਆ ਰੱਖਣ। ਇਹ ਇਸ ਤਰ੍ਹਾਂ ਹੈ, ਬਾਬੇ ਨਜਮੀ ਨੇ ਇਹ ਗੱਲ ਕਹੀ ਸੀ ਕਿ ਮਸਜਿਦ ਮੇਰੀ ਤੂੰ ਕੋ ਢਾਵੇਂ, ਮੈਂ ਕੋ ਤੋੜਾ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ। ਬਿਲਕੁਲ। ਸੋ ਜਿੰਨੀ ਦੇਰ ਤੱਕ ਤੁਸੀਂ ਮਜ਼ਹਬੀ ਹਵਾਲੇ ਨਾਲ ਸਿਆਸਤ 'ਤੇ ਪਹਿਰਾ ਦਿੰਦੇ ਰਹੋਗੇ, ਇਹ ਮੁਲਕ ਤਰੱਕੀ ਨਹੀਂ ਕਰ ਸਕਦਾ।